ਦ ਬੈਨੀਪਾਲ ਨੈਟਵਰਕ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਬੰਦੀ ਛੋੜ ਦਿਵਸ, ਦੀਵਾਲੀ ਅਤੇ ਵਿਸ਼ਵਕਰਮਾ ਡੇ ਦੀਆਂ ਸ਼ੁਭ ਕਾਮਨਾਵਾਂ ਲੱਖ ਲੱਖ ਮੁਬਾਰਕਾਂ। ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਹਾਰਦਿਕ ਸਵਾਗਤ ਅਤੇ ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਣੀ ਹੈ, ਆਓ ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ। ਦੀਵਾਲੀ ਮੌਕੇ ਕਿਸਾਨਾਂ ਨੇ ਮੋਦੀ, ਬਾਦਲ ਅਤੇ ਕੈਪਟਨ ਨੂੰ ਦਿੱਤੇ ਅਜੀਬ ਤੋਹਫੇ। ਧਰਨਿਆਂ ਦੌਰਾਨ 2 ਹੋਰ ਕਿਸਾਨਾਂ ਦੀ ਮੌਤ। ਸਮਾਂ ਆਉਣ ਤੇ ਦੱਸਾਂਗਾ ਮੈਂ ਰਾਸ਼ਟਰਪਤੀ ਹਾਂ ਜਾਂ ਨਹੀਂ, ਟਰੰਪ ਦਾ ਕਹਿਣਾ। ਟਰੰਪ ਦੇ ਚੋਣਾਂ 'ਚ ਹੇਰਾਫੇਰੀ ਦੇ ਦਾਅਵੇ ਖਾਰਜ। ਅਮਰੀਕਾ ਦੇ 3 ਸੂਬਿਆਂ ਨੇ ਕੋਵਿਡ-19 ਨੂੰ ਲੈ ਕੇ ਕੀਤੇ ਨਵੇਂ ਨਿਯਮ ਲਾਗੂ। ਈਡੀ ਨੇ ਰਣਿੰਦਰ ਨੂੰ ਭੇਜੇ ਫਿਰ ਤੋਂ ਸੰਮਨ। ਜ਼ਮੀਨੀ ਵਿਵਾਦ ਕਾਰਨ 2 ਸਕੇ ਭਰਾਵਾਂ ਦੀ ਹੱਤਿਆ। ਕੌਣ ਕਹਿੰਦਾ ਹੈ ਕੈਪਟਨ ਕੋਲ ਮਿਲਣ ਵਾਸਤੇ ਸਮਾਂ ਨਹੀਂ ਹੁੰਦਾ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਵਿਸਥਾਰ ਨਾਲ ਚਰਚਾ ਕਰਨੀ ਹੈ। ਇਸ ਤੋਂ ਪਹਿਲਾਂ ਕਿ ਇਹਨਾਂ ਖਬਰਾਂ ਦੇ ਉੱਤੇ ਵਿਸਥਾਰ ਨਾਲ ਚਰਚਾ ਕਰੀਏ, ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਬੇਨਤੀ ਹੈ ਕਿ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਰੋਜ਼ਾਨਾ ਦੀ ਅਪਡੇਟ ਤੁਹਾਡੇ ਕੋਲ ਬਿਨਾਂ ਨਾਗਾ ਪਹੁੰਚਦੀ ਰਹੇ ਅਤੇ ਆਪਣੀ ਇਹ ਗੱਲਬਾਤ ਦਾ ਰਾਬਤਾ ਕਾਇਮ ਰਹੇ। ਦੋਸਤੋ, ਤੁਹਾਨੂੰ ਬੀਤੇ ਕਈ ਦਿਨਾਂ ਤੋਂ ਲਗਭਗ ਹੁਣ ਤੇ 51-52 ਦਿਨ ਹੋ ਗਏ ਹੈ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਧਰਨੇ, ਰੋਸ ਪ੍ਰਦਰਸ਼ਨਾਂ ਦੀ ਅਪਡੇਟ ਦਿੰਦੇ ਆ ਰਹੇ ਹਾਂ। ਤੁਹਾਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਕੇਂਦਰ ਦੇ 2 ਮੰਤਰੀਆਂ ਦੇ ਨਾਲ ਮੀਟਿੰਗ ਕਰਕੇ ਆਈਆਂ ਨੇ ਕਿਸਾਨ ਜਥੇਬੰਦੀਆਂ। ਕਿਸਾਨ ਜਥੇਬੰਦੀਆਂ ਨੇ ਕਹਿੰਦੇ ਬੋਲਤੀ ਬੰਦ ਕਰਾਤੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੀ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵਾਰ-ਵਾਰ ਕਿਸਾਨ ਆਗੂ ਨੂੰ ਆਖ ਰਹੇ ਸੀ ਕਿ ਤੁਹਾਡੀ MSP ਵੀ ਜਾਰੀ ਰਹੇਗੀ, ਆ ਮੰਡੀਆਂ ਵਾਲਾ ਸਿਸਟਮ ਵੀ ਲਾਗੂ ਰਹੇਗਾ। ਜਦੋਂ ਕਿਸਾਨ ਜਥੇਬੰਦੀਆਂ ਨੇ ਆਖਿਆ ਤੇ ਨਾਲ ਅਮਲਾ ਫੈਲਾ ਬੈਠਾ ਸੀ ਖੇਤੀਬਾੜੀ ਮੰਤਰੀ ਦਾ, ਉਹ ਕਹਿੰਦੇ ਫਿਰ ਇਹ ਦੱਸੋ ਤੁਹਾਨੂੰ ਦਿੱਕਤ ਕੀ ਹੈ? ਤੁਸੀਂ ਵਾਰ-ਵਾਰ ਕਹਿੰਦੇ ਹੋ, ਪ੍ਰਧਾਨ ਮੰਤਰੀ ਵਾਰ-ਵਾਰ ਕਹਿੰਦੇ ਨੇ, ਤੁਹਾਡਾ ਬਾਕੀ ਮੰਤਰੀ ਮੰਡਲ ਵਾਰ-ਵਾਰ ਕਹਿੰਦਾ ਹੈ ਕਿ MSP ਜਾਰੀ ਰਹੇਗੀ, MSP ਬੰਦ ਨਹੀਂ ਹੋਏਗੀ। ਤੁਸੀਂ ਆਖ ਰਹੇ ਹੋ ਕਿ ਮੰਡੀਕਰਨ ਦਾ ਸਿਸਟਮ ਇਸੇ ਤਰ੍ਹਾਂ ਜਿਉਂ ਦਾ ਤਿਉਂ ਜਾਰੀ ਰਹੇਗਾ। ਫਿਰ ਕਿਸਾਨ ਆਗੂ ਕਹਿੰਦੇ ਤੁਹਾਨੂੰ ਸਮੱਸਿਆ ਕੀ ਹੈ? ਜੇ ਤੁਸੀਂ ਇਸ ਨੂੰ ਸੰਵਿਧਾਨਕ ਦਰਜਾ ਦੇ ਦਿਓ, ਇਹਦੇ ਵਿੱਚ ਅਮੈਂਡਮੈਂਟ ਕਰਕੇ ਇਹ ਲਿਖ ਦਿਓ, ਕਾਨੂੰਨ ਦੇ ਵਿੱਚ ਸ਼ਾਮਲ ਕਰ ਦਿਓ ਕਿ ਤੁਹਾਨੂੰ ਘੱਟੋ ਘੱਟ ਸਮਰਥਨ ਮੁੱਲ ਮਿਲਦਾ ਰਹੇਗਾ। ਜਦੋਂ ਆਹ ਗੱਲ ਕਿਸਾਨ ਆਗੂਆਂ ਨੇ ਸਾਹਮਣੇ ਰੱਖੀ ਨਾ, ਸਨਾਟਾ ਛਾ ਗਿਆ। ਘੱਟੋ ਘੱਟ 2 ਮਿੰਟ ਮੰਤਰੀ ਕੋਲੋਂ ਬੋਲ ਨਹੀਂ ਹੋਇਆ। ਉਹ ਆਪਣੇ ਆਲਾ ਦਰਜੇ ਦੇ ਆਲੇ ਦੁਆਲੇ ਅਫਸਰ ਬੈਠੇ ਸੀ, IAS ਅਫਸਰ ਨੇ, ਸਕੱਤਰ ਸੀ। ਸਕੱਤਰ ਮੰਤਰੀ ਦੇ ਮੂੰਹ ਵੱਲ ਤੇ ਮੰਤਰੀ ਸਕੱਤਰ ਦੇ ਮੂੰਹ ਵੱਲ ਵੇਖਦੇ ਰਹਿ ਗਏ। ਜਵਾਬ ਕੋਈ ਨਹੀਂ ਸੀ, ਕਿਉਂਕਿ ਕਿਸਾਨ ਆਗੂ ਐ ਤਿਆਰੀ ਨਾਲ ਗਏ ਸੀ। 7 ਮੰਗਾਂ ਰੱਖ ਕੇ ਆਏ ਨੇ। 18 ਤਰੀਕ ਨੂੰ ਉਹਨਾਂ ਨੇ ਫਿਰ ਮੀਟਿੰਗ ਕਰਨੀ ਹੈ ਕਿ ਫੈਸਲਾ ਕੀ ਕੀਤਾ ਜਾਵੇ। ਤੇ ਜਦੋਂ ਰੇਲਵੇ ਮੰਤਰੀ ਦੀ ਵਾਰੀ ਆਈ, ਰੇਲਵੇ ਮੰਤਰੀ ਆਖਣ ਲੱਗਿਆ ਕਿ ਰੇਲਾਂ ਅਸੀਂ ਤਾਂ ਚਲਾਵਾਂਗੇ ਜੇਕਰ ਤੁਸੀਂ ਧਰਨੇ ਆਪਣੇ ਸੰਘਰਸ਼ ਆਪਣਾ ਵਾਪਸ ਲੈਂਦੇ ਹੋ। ਉਹ ਕਹਿੰਦੇ ਬਿਲਕੁਲ ਨਹੀਂ ਹੋਣਾ। 18 ਨਵੰਬਰ ਨੂੰ ਮੀਟਿੰਗ ਰੱਖੀ ਹੈ। ਇੱਥੋਂ ਜਿਹੜੇ ਸੁਰਜੀਤ ਜਿਆਣੀ ਤੇ ਗਰੇਵਾਲ ਵਰਗੇ ਹੋਰ ਕੁਝ ਭਾਜਪਾ ਦੇ ਆਗੂ ਨਾਲ ਗਏ ਸੀ। ਉਹ ਕਹਿੰਦੇ ਇੱਕ ਕਮੇਟੀ ਬਣਾ ਦਿੰਦੇ ਆ, ਕਮੇਟੀ ਬਣਨ ਦੇ ਨਾਲ ਤੁਸੀਂ ਆਪਣਾ ਸੰਘਰਸ਼ ਬੰਦ ਕਰ ਦਿਓ ਤੇ ਜਿਹੜੀਆਂ ਉਹ ਸਿਫਾਰਸ਼ਾਂ ਹੋਣਗੀਆਂ ਉਹਦੇ ਤੋਂ ਬਾਅਦ ਆਪਾਂ ਰੇਲਾਂ ਚਲਾ ਲਾਂਗੇ। ਕਹਿੰਦੇ ਇਹ ਵੀ ਨਹੀਂ ਹੋਣਾ। ਕਿਸਾਨ ਆਗੂਆਂ ਨੇ ਆਪਣੇ ਸੰਘਰਸ਼ ਦੀ ਧਾਰ ਵੀ ਤਿੱਖੀ ਰੱਖੀ ਹੋਈ ਹੈ ਤੇ ਨਾਲ ਉਹਨਾਂ ਨੂੰ ਇਹ ਵੀ ਦੱਸ ਆਏ ਨੇ ਕਿ 26 ਤੇ 27 ਨਵੰਬਰ ਨੂੰ ਦਿੱਲੀ ਆਵਾਂਗੇ, ਟਰੈਕਟਰ ਟਰਾਲੀਆਂ 'ਚ ਆਵਾਂਗੇ। ਉਹ ਕਹਿੰਦੇ ਅਸੀਂ ਇਹ ਵੀ ਸੋਚ ਰਹੇ ਹਾਂ ਕਿ ਇਹਦੇ ਤੋਂ 3-4 ਦਿਨ ਪਹਿਲਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਨ ਹੈ। ਸ਼ਹੀਦੀ ਦਿਨ ਮਨਾਵਾਂਗੇ, ਨਾਲੇ ਦਿੱਲੀ ਪਹਿਲਾਂ ਚੱਲਦੇ ਹਾਂ ਹਫ਼ਤਾ। ਨਾਲੇ ਕਹਿੰਦੇ ਸਿਰਫ ਦਿੱਲੀ ਚੱਲੋ ਦਾ ਮਤਲਬ ਇਹ ਨਹੀਂ ਕਿ 26-27 ਨਵੰਬਰ ਨੂੰ ਗਏ ਤੇ ਵਾਪਸ ਆ ਗਏ। ਜਿੰਨੀ ਦੇਰ ਤੱਕ ਮਸਲਾ ਹੱਲ ਨਹੀਂ ਹੁੰਦਾ ਵਾਪਸ ਨਹੀਂ ਆਉਣਾ। ਉਹ ਕਹਿੰਦੇ ਇਹ ਤੋਂ ਵੀ ਅਗਲੀ ਗੱਲ, ਜੇ ਸਾਨੂੰ ਦਿੱਲੀ ਵਿੱਚ ਵੜਨ ਤੋਂ ਪਹਿਲਾਂ ਹੀ ਰੋਕ ਲਿਆ ਗਿਆ, ਜਿੱਥੇ ਰੋਕ ਲਿਆ ਉੱਥੇ ਬਹਿ ਜਾਣਾ, ਨੱਕ 'ਚ ਦਮ ਕਰਕੇ ਰਹਾਂਗੇ। ਕਹਿੰਦੇ ਅਸੀਂ ਸਭ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਅਤੇ ਪਿਊਸ਼ ਗੋਇਲ ਦੀ ਮੌਜੂਦਗੀ ਵਿੱਚ ਇਹ ਆਖਿਆ ਕਿ ਇਹ ਕਾਨੂੰਨ ਰੱਦ ਕਰੋ। ਹੁਣ ਇਹ ਕਾਨੂੰਨ ਰੱਦ ਕਰਦੀ ਹੈ ਸਰਕਾਰ ਜਾਂ ਨਹੀਂ, ਪਰ ਦੀਵਾਲੀ ਦੇ ਮੌਕੇ ਤੇ, ਕਿਉਂਕਿ ਵੱਡਾ ਤਿਉਹਾਰ ਹੈ, ਕਿਸਾਨਾਂ ਦੇ ਵੱਲੋਂ ਸੂਬੇ ਭਰ ਦੇ ਵਿੱਚ ਕਾਲੀ ਦੀਵਾਲੀ ਮਨਾਈ ਗਈ। ਉਧਰ ਤਰਨਤਾਰਨ ਦੇ ਪਿੰਡ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਦੇ ਪੋਸਟਰ ਨਜ਼ਰ ਆਏ, ਜਿਨ੍ਹਾਂ ਤੇ ਲਿਖਿਆ ਹੋਇਆ ਬਾਦਲ, ਕੈਪਟਨ, ਮੋਦੀ ਤਿੰਨੋਂ ਹੀ ਕਿਸਾਨ ਵਿਰੋਧੀ।
ਇਹ ਪੋਸਟਰ ਕਿਹਦੇ ਵੱਲੋਂ ਲਾਏ ਗਏ ਨੇ ਭਾਵੇਂ ਇਹਦੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ, ਪਰ ਜਦੋਂ ਪੱਤਰਕਾਰਾਂ ਨਾਲ ਕੁਝ ਕਿਸਾਨਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਸਰਕਾਰਾਂ ਕਦੇ ਵੀ ਲੋਕਾਂ ਦੇ ਹੱਕ ਵਿੱਚ ਫੈਸਲੇ ਨਹੀਂ ਲੈਂਦੀਆਂ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਪੋਸਟਰਾਂ ਤੇ ਲਿਖਿਆ ਹੈ ਕਿ ਬਾਦਲ, ਕੈਪਟਨ ਮੋਦੀ ਤਿੰਨੋਂ ਕਿਸਾਨ ਵਿਰੋਧੀ। ਇਹਨਾਂ ਪੋਸਟਰਾਂ 'ਚ 2 ਹੋਰ ਪਾਰਟੀਆਂ ਨੂੰ ਸ਼ਾਮਲ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਰਾਜਨੀਤਿਕ ਧਿਰਾਂ ਸਾਰੀਆਂ ਹੀ ਕਿਸਾਨ ਵਿਰੋਧੀ ਨੇ। ਮੰਤਰੀਆਂ ਦੇ ਵੱਲੋਂ ਸਿਰਫ ਕਿਸਾਨਾਂ ਦੇ ਰੋਹ ਦੇ ਕਰਕੇ ਅਸਤੀਫੇ ਦਿੱਤੇ ਗਏ ਹੈ। ਉਹ ਕਹਿੰਦੇ ਪਹਿਲਾਂ ਅਸਤੀਫਾ ਨਾ ਦਿੱਤਾ ਜਦੋਂ ਇਹ ਵਾਵਰੋਲਾ ਅੰਦਰ ਕੈਬਨਿਟ 'ਚ ਉੱਠਿਆ ਸੀ, ਜਦੋਂ ਬਿੱਲ ਡਰਾਫਟ ਕੀਤਾ ਗਿਆ ਸੀ, ਜਦੋਂ ਆਰਡੀਨੈਂਸ ਲਿਆਂਦਾ ਸੀ, ਉਦੋਂ ਕਿੱਥੇ ਸੀ ਇਹ ਬਾਦਲ? ਉਦੋਂ ਕਿਉਂ ਨਾ ਅਸਤੀਫੇ ਦਿੱਤੇ? ਉਹ ਕਹਿੰਦੇ ਪੋਸਟਰ ਭਾਵੇਂ ਜਿਹਨੇ ਵੀ ਲਾਏ ਨੇ, ਪੋਸਟਰ ਬਿਲਕੁਲ ਦਰੁਸਤ ਲਾਏ ਨੇ, ਸਹੀ ਸਮੇਂ ਤੇ ਲਾਏ ਨੇ। ਉਹਨਾਂ ਕਿਹਾ ਕਿ ਇਹਨਾਂ ਪੋਸਟਰਾਂ ਦੇ ਜ਼ਰੀਏ ਵੀ ਸਿਰਫ ਰਾਜਨੀਤੀ ਨਹੀਂ, ਇਹ ਅਮਲੀ ਗੱਲ ਹੈ। ਕਿਸਾਨਾਂ ਦੀ ਕੇਂਦਰੀ ਖੇਤੀਬਾੜੀ ਮੰਤਰੀ ਦੇ ਨਾਲ ਜਿਹੜੀ ਮੀਟਿੰਗ ਹੋਈ ਹੈ, ਸੋਚਣ ਵਾਸਤੇ ਮੰਤਰੀ ਮਜਬੂਰ ਕਰ ਦਿੱਤੇ। ਪਰ ਕਿਸਾਨ ਆਗੂ ਡਾਕਟਰ ਦਰਸ਼ਨਪਾਲ ਨਾਲ ਮੇਰੀ ਗੱਲ ਹੋਈ ਸੀ। ਉਹ ਕਹਿੰਦੇ ਅੱਜ ਤੱਕ ਦੀਆਂ ਜਿੰਨੀਆਂ ਮੀਟਿੰਗਾਂ ਹੋਈਆਂ ਨੇ, ਸੁਖਾਵੇਂ ਮਾਹੌਲ ਦੇ ਵਿੱਚ ਸਭ ਤੋਂ ਇਹ ਪਹਿਲੀ ਮੀਟਿੰਗ ਸੀ। ਮੇਰੇ ਕਿਸਾਨੀ ਸੰਘਰਸ਼ ਦੇ ਜੀਵਨ ਦੌਰਾਨ ਸਭ ਤੋਂ ਵਧੀਆ ਮੀਟਿੰਗ ਸੀ। ਕਹਿੰਦੇ ਅਸੀਂ ਏਜੰਡੇ ਤੋਂ ਨਾ ਕਿਸਾਨ ਆਗੂ ਭਟਕੇ ਤੇ ਨਾ ਅਸੀਂ ਮੰਤਰੀਆਂ ਨੂੰ ਭਟਕਣ ਦਿੱਤਾ। ਅਸੀਂ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਕਹਿੰਦੇ ਇਹ ਮਤਾ ਪਕਾ ਕੇ ਗਏ ਸੀ ਕਿ ਕਿਹੜੇ ਆਗੂ ਨੇ ਕਿਹੜੀ ਮੰਗ ਰੱਖਣੀ ਹੈ, ਕਿਹੜਾ ਆਗੂ ਕਿੰਨਾ ਚਿਰ ਬੋਲੂ। ਸਭ ਤੋਂ ਪਹਿਲਾਂ ਕਹਿੰਦੇ ਸਾਨੂੰ ਬੋਲਣ ਦਾ ਮੌਕਾ ਦਿੱਤਾ ਗਿਆ। ਕਈ ਗੇੜ ਦੇ ਵਿੱਚ ਗੱਲਬਾਤ ਚੱਲੀ, ਪਰ ਕਹਿੰਦੇ ਜਦੋਂ ਲੰਚ ਤੋਂ ਬਾਅਦ ਸਾਡੇ ਤੇ ਝਾੜਨ ਲੱਗੇ ਨਾ, ਇੱਕ ਪ੍ਰੈਜੈਂਟੇਸ਼ਨ ਦੇ ਜ਼ਰੀਏ ਦਿਖਾਉਣ ਲੱਗੇ ਕਿ ਆਹ ਦੇਖੋ ਹੁਣ ਤੱਕ ਇੰਨਾ ਮੁਨਾਫਾ ਹੁੰਦਾ, ਹੁਣ ਕਿਸਾਨੀ 'ਚੋਂ ਇੰਨਾ ਮੁਨਾਫਾ ਹੁੰਦਾ। ਕਹਿੰਦੇ ਅਸੀਂ ਉੱਥੇ ਵੀ ਚੁੱਪ ਕਰਾ ਦਿੱਤੇ। ਹੁਣ ਪ੍ਰੈਜੈਂਟੇਸ਼ਨ ਤਿਆਰ ਕਰਨ ਨੂੰ ਕਿੰਨਾ ਸਮਾਂ ਲੱਗਾ ਹੋਇਆ, ਕੰਪਿਊਟਰ ਦੇ ਉੱਤੇ ਐਨ ਵੱਡੇ ਪਰਦੇ ਤੇ ਦਿਖਾ ਰਹੇ ਸੀ। ਕਹਿੰਦੇ ਅਸੀਂ ਉਹਨਾਂ ਨੂੰ ਕਿਹਾ ਇੱਥੇ ਹੀ ਰੁਕੋ, ਆਹ ਜਿਹੜੇ ਗ੍ਰਾਫ ਬਣਾ ਦਿਖਾ ਰਹੇ ਹੋ ਕਿ ਇੰਨਾ ਮੁਨਾਫਾ, ਇੰਨਾ ਮੁਨਾਫਾ, ਇੰਨਾ ਮੁਨਾਫਾ। ਕਹਿੰਦੇ ਅਸੀਂ ਕਿਹਾ ਇਹ ਤਾਂ ਮੁਨਾਫਾ ਉਦੋਂ ਦਾ ਜਨਾਬ ਤੁਸੀਂ ਸ਼ੋਅ ਕਰ ਰਹੇ ਹੋ ਜਦੋਂ ਆ ਤੁਹਾਡੇ ਖੇਤੀ ਕਾਨੂੰਨ ਤਿੰਨੇ ਬਣੇ ਹੀ ਨਹੀਂ ਸੀ। ਜੇ ਪਿਛਲਾ ਹੀ ਮੁਨਾਫਾ ਬਹੁਤ ਵਧੀਆ ਤੁਸੀਂ ਦਰਸਾ ਰਹੇ ਹੋ, ਫਿਰ ਆਹ ਕਾਨੂੰਨ ਬਣਾਉਣ ਦੀ ਕੀ ਜ਼ਰੂਰਤ ਪਈ? ਫਿਰ ਕਹਿੰਦੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਦੱਸਿਓ ਕਿਹੜੇ ਕਿਸਾਨ ਨੇ ਤੇ ਕਿਹੜੀ ਕਿਸਾਨ ਜਥੇਬੰਦੀ ਨੇ ਤੁਹਾਡੇ ਕੋਲ ਮੰਗ ਰੱਖੀ ਸੀ ਕਿ ਆਹ ਕਾਨੂੰਨਾਂ ਦੀ ਸਾਨੂੰ ਜ਼ਰੂਰਤ ਹੈ। ਕਹਿੰਦੇ ਜਦੋਂ ਆਹ 2 ਗੱਲਾਂ ਆਖੀਆਂ ਨਾ, ਮੰਤਰੀ ਦੇ ਮੂੰਹ ਦਾ ਰੰਗ ਬੱਗਾ ਪੈ ਗਿਆ। ਮੰਤਰੀ ਨੇ ਪ੍ਰੈਜੈਂਟੇਸ਼ਨ ਵਿਚਾਲੇ ਰੋਕ ਦਿੱਤੀ। ਉਹਨਾਂ ਨੂੰ ਦੱਸਿਆ ਕਿ ਇਹ ਕਾਨੂੰਨ ਬਣਾਉਣ ਤੋਂ ਬਾਅਦ ਦੱਸੋ ਕੀ ਹੋਊ। ਉਹ ਕਹਿੰਦੇ ਜਿਹੜੀ ਕੰਟਰੈਕਟ ਖੇਤੀ ਦੀ ਤੁਸੀਂ ਗੱਲ ਕਰਦੇ ਹੋ, ਅਸੀਂ ਆਲੂ ਪੈਪਸੀ ਵਾਲਿਆਂ ਦੇ ਨਾਲ ਆਖੇ ਲੱਗ ਕੇ ਬੀਜ ਕੇ ਦੇਖ ਲੈ। ਆਹ ਕੰਟਰੈਕਟ ਖੇਤੀ ਦੀ ਗੱਲ ਕਰਦੇ ਹੋ, ਆ ਜਿਹੜੀਆਂ ਖੰਡ ਮਿੱਲਾਂ ਨੇ ਕਿਸਾਨਾਂ ਤੋਂ ਕੰਟਰੈਕਟ ਦੇ ਆਧਾਰ ਤੇ ਗੰਨਾ ਵਜਾਉਂਦੀਆਂ ਨੇ ਤੇ ਪੈਸੇ ਦੀ ਖੱਜਲ ਖੁਆਰੀ ਕਿਸਾਨਾਂ ਦੀ ਜਿੰਨੀ ਹੁੰਦੀ ਹੈ, ਉਹ ਕਹਿੰਦੇ ਸਾਡੇ ਤੋਂ ਵੱਧ ਕੌਣ ਜਾਣਦਾ। ਕਹਿੰਦੇ ਮੰਤਰੀ ਨੂੰ ਤੇ ਮੰਤਰੀ ਦੇ ਅਮਲੇ ਫੈਲੇ ਨੂੰ ਗੱਲ ਨਹੀਂ ਸੀ ਆਉਂਦੀ, ਪ੍ਰੈਜੈਂਟੇਸ਼ਨ ਬੰਦ ਕਰ ਦਿੱਤੀ। ਪਰ ਕਹਿੰਦੇ ਇਹਦੇ 'ਚ ਮੀਟਿੰਗ ਦੇ ਵਿੱਚ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਕਿ ਉਹਨਾਂ ਨੇ ਕਿਹਾ ਕਿ ਇਹ ਗੱਲਬਾਤ ਸਿਲਸਿਲਾ ਜਾਰੀ ਰਹੇਗਾ। ਹੋ ਸਕਦਾ ਹੈ, ਉਮੀਦ ਕੀਤੀ ਜਾ ਰਹੀ ਹੈ ਕਿ 26 ਅਤੇ 27 ਨਵੰਬਰ ਤੋਂ ਪਹਿਲਾਂ ਸ਼ਾਇਦ ਇੱਕ ਵਾਰ ਫਿਰ ਤੋਂ ਕਿਸਾਨ ਆਗੂਆਂ ਨੂੰ ਸੱਦਾ ਦਿੱਤਾ ਜਾਵੇ। ਵੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ। ਪਰ ਇੰਨੀ ਗੱਲ ਕਿਸਾਨ ਆਗੂਆਂ ਨੇ ਦੱਸ ਦਿੱਤੀ ਹੈ ਕਿ ਅਸੀਂ ਡੰਕੇ ਦੀ ਚੋਟ ਤੇ ਆਪਣੀਆਂ ਮੰਗਾਂ ਰੱਖ ਆਏ ਹਾਂ। ਉਹ ਮੰਗਾਂ ਦੇ ਉੱਤੇ ਕੋਈ ਗੌਰ ਕਰਦੇ ਆ ਜਾਂ ਨਹੀਂ, ਇਹ ਕੇਂਦਰ ਸਰਕਾਰ ਦੇ ਪਾਲੇ ਦੇ ਵਿੱਚ ਹੁਣ ਗੱਲ ਹੈ। ਅਗਲੀ ਖਬਰ, ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣਾਂ ਹੋ ਕੇ ਹਟੀਆਂ ਨੇ। ਚੋਣਾਂ ਤੋਂ ਬਾਅਦ ਹਾਲੇ ਤੱਕ ਰਾਸ਼ਟਰਪਤੀ ਟਰੰਪ ਨੇ ਹਾਰ ਨਹੀਂ ਸਵੀਕਾਰੀ। ਨਤੀਜੇ ਲਗਭਗ ਸਪਸ਼ਟ ਹੋ ਚੁੱਕੇ ਹੈ। ਜੋ ਬਾਈਡਨ ਅਗਲੇ ਰਾਸ਼ਟਰਪਤੀ ਵਜੋਂ ਚੁਣੇ ਜਾ ਚੁੱਕੇ ਨੇ, ਪਰ ਇਹਦੇ ਬਾਵਜੂਦ ਵੀ ਰਾਸ਼ਟਰਪਤੀ ਟਰੰਪ ਹਾਰ ਮੰਨ ਨਹੀਂ ਰਹੇ। ਹੁਣ ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਭਾਈ ਤੁਸੀਂ ਆਪਣੇ ਪੱਤੇ ਤਾਂ ਖੋਲੋ, ਤਾਂ ਰਾਸ਼ਟਰਪਤੀ ਟਰੰਪ ਕਹਿੰਦੇ ਵਕਤ ਆਉਣ ਤੇ ਦੱਸਾਂਗਾ ਕਿ ਮੈਂ ਰਾਸ਼ਟਰਪਤੀ ਹਾਂ ਜਾਂ ਨਹੀਂ। ਟਰੰਪ ਦਾ ਇਹ ਬਿਆਨ ਇਸ ਵਾਸਤੇ ਅਹਿਮ ਮੰਨਿਆ ਜਾ ਰਿਹਾ ਕਿਉਂਕਿ ਉਹ ਖੁਦ ਅਤੇ ਉਹਨਾਂ ਦੀ ਟੀਮ ਆ ਚੋਣਾਂ ਦੇ ਵਿੱਚ ਗਿਣਤੀ ਦੇ ਘੁਟਾਲਿਆਂ ਦੇ ਦੋਸ਼ ਲਗਾ ਰਹੀ ਹੈ। ਤੇ ਬੀਤੇ ਦਿਨੀ ਜਿਹੜੇ ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਮਾਈਕ ਪੋਂਪੀਓ, ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਸੀ। ਬਿਆਨ ਉਹ ਵੀ ਰਾਸ਼ਟਰਪਤੀ ਟਰੰਪ ਵਰਗਾ ਹੀ ਸੀ। ਉਹ ਕਹਿੰਦੇ ਟਰੰਪ ਹੀ ਰਾਸ਼ਟਰਪਤੀ ਹੈ, ਉਹੀ ਰਾਸ਼ਟਰਪਤੀ ਬਣੇ ਰਹਿਣਗੇ। ਹਾਲਾਂਕਿ ਟਰੰਪ ਨੇ ਪਹਿਲੀ ਵਾਰ ਇਸ ਮੁੱਦੇ ਤੇ ਥੋੜੀ ਜਿਹੀ ਨਰਮੀ ਅਪਣਾਈ ਹੈ। ਨਤੀਜੇ ਸਪਸ਼ਟ ਹੋਇਆਂ ਨੂੰ ਵੀ ਲਗਭਗ ਹਫ਼ਤਾ ਬੀਤ ਗਿਆ, ਪਰ ਟਰੰਪ ਦੇ ਵੱਲੋਂ ਹਾਲੇ ਤੱਕ ਇਸ ਤਰ੍ਹਾਂ ਦਾ ਕੋਈ ਬਿਆਨ ਕਿਸੇ ਵੀ ਅਖਬਾਰ, ਕਿਸੇ ਵੀ ਮੀਡੀਆ ਦੇ ਉੱਤੇ ਨਜ਼ਰ ਨਹੀਂ ਆਇਆ ਜਿਸ ਦੇ ਵਿੱਚ ਟਰੰਪ ਨੇ ਆਪਣੀ ਹਾਰ ਸਵੀਕਾਰੀ ਹੋਵੇ। ਦੂਸਰੇ ਪਾਸੇ ਡੈਮੋਕ੍ਰੇਟਿਕ ਉਮੀਦਵਾਰ ਜੋ ਬਾਈਡਨ, ਜਿਹੜੇ ਕਿ ਸਾਬਕਾ ਉਪ ਰਾਸ਼ਟਰਪਤੀ ਵੀ ਸੀ,
ਉਹ ਚੁਣੇ ਜਾ ਚੁੱਕੇ ਹੈ। ਦੁਨੀਆ ਦੇ ਵੱਡੇ ਵੱਡੇ ਦਿਗਜ ਲੀਡਰ ਉਹਨਾਂ ਨੂੰ ਵਧਾਈਆਂ ਦੇ ਰਹੇ ਹੈ। ਹੁਣ ਤੇ ਭਾਵੇਂ ਲੰਬੇ ਸਮੇਂ ਤੋਂ ਬਾਅਦ ਚੁੱਪ ਤੋੜੀ ਹੈ। ਅਮਰੀਕਾ ਦੇ ਵਿਰੋਧੀ ਗਿਣੇ ਜਾ ਰਹੇ ਚੀਨ ਨੇ ਵੀ, ਚੀਨ ਦੇ ਵਿਦੇਸ਼ ਮੰਤਰਾਲੇ ਨੇ ਵੀ ਹੁਣ ਜੋ ਬਾਈਡਨ ਨੂੰ ਆਪਣੀ ਮੁਬਾਰਕਬਾਦ ਭੇਜ ਦਿੱਤੀ ਹੈ। ਇਹਦੇ ਬਾਵਜੂਦ ਵੀ ਰਾਸ਼ਟਰਪਤੀ ਟਰੰਪ ਹਾਲੇ ਕੁਰਸੀ ਛੱਡਣ ਵਾਸਤੇ ਤਿਆਰ ਨਹੀਂ ਜਾਪਦੇ। ਪਰ ਹਾਲੇ ਲਗਭਗ 2 ਮਹੀਨੇ ਉਹਨਾਂ ਨੇ ਰਾਸ਼ਟਰਪਤੀ ਦੇ ਵਜੋਂ 20 ਜਨਵਰੀ ਤੱਕ ਸੇਵਾਵਾਂ ਹੋਰ ਨਿਭਾਉਣੀਆਂ ਨੇ। ਤੇ ਦੂਸਰੇ ਪਾਸੇ ਜਿਹੜਾ ਟਰੰਪ ਜਾਂ ਟਰੰਪ ਟੀਮ ਦਾਅਵਾ ਕਰ ਰਹੀ ਹੈ ਕਿ ਚੋਣਾਂ ਦੇ ਵਿੱਚ ਧਾਂਦਲੀ ਹੋਈ ਹੈ, ਚੋਣਾਂ ਦੇ ਵਿੱਚ ਹੇਰਾਫੇਰੀ ਹੋਈ ਹੈ, ਹੁਣ ਇਹ ਉਹਨਾਂ ਦਾ ਜਿਹੜਾ ਦਾਅਵਾ ਸੀ ਇਹ ਖਾਰਜ ਕਰ ਦਿੱਤਾ ਗਿਆ। ਅਮਰੀਕਾ ਦੇ ਚੋਣ ਸੁਰੱਖਿਆ ਅਧਿਕਾਰੀਆਂ ਨੇ ਟਰੰਪ ਦੇ ਚੋਣਾਂ ਦੇ ਵਿੱਚ ਬੇਨਜ਼ਮੀਆਂ ਦੇ ਦਾਅਵੇ ਰੱਦ ਕੀਤੇ ਹੈ। ਉਹਨਾਂ ਨੇ ਕਿਹਾ ਕਿ 2020 ਦੀਆਂ ਰਾਸ਼ਟਰਪਤੀ ਚੋਣਾਂ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਧ ਸੁਰੱਖਿਅਤ ਸਨ। ਉਹ ਕਹਿੰਦੇ ਇਹਨਾਂ 'ਚ ਸਮਝੌਤਾ, ਇਹਨਾਂ 'ਚ ਕੋਈ ਧਾਂਦਲੀ ਦਾ ਕਿਤੇ ਕੋਈ ਸਬੂਤ ਤਾਂ ਦੱਸੇ। ਜੇ ਰਾਸ਼ਟਰਪਤੀ ਟਰੰਪ ਜਾਂ ਉਹਨਾਂ ਦੀ ਟੀਮ ਕਹਿੰਦੀ ਹੈ ਸਾਡੇ ਸਾਹਮਣੇ ਸਬੂਤ ਰੱਖਣ ਤੇ ਅਸੀਂ ਮੰਨ ਲਾਂਗੇ। ਹੁਣ ਟਰੰਪ ਵੱਲੋਂ ਵਾਰ-ਵਾਰ ਚੋਣਾਂ ਵਿੱਚ ਧਾਂਦਲੀਆਂ ਦੇ ਨਿਰ ਆਧਾਰ ਦਾਅਵੇ ਵੀ ਲਗਾਤਾਰ ਕੀਤੇ ਜਾ ਰਹੇ ਹੈ। ਉਹਨਾਂ ਨੇ ਹਾਰ ਵੀ ਸਵੀਕਾਰੀ ਨਹੀਂ। ਤੇ ਦੂਸਰੇ ਪਾਸੇ ਜੋ ਬਾਈਡਨ ਵੱਲੋਂ ਜਿੱਤੇ ਸੂਬਿਆਂ ਦੇ ਵਿੱਚ ਕਈ ਕਾਨੂੰਨੀ ਚੁਣੌਤੀਆਂ ਸ਼ੁਰੂ ਕੀਤੀਆਂ ਨੇ। ਤੇ ਹੋਮਲੈਂਡ ਸੁਰੱਖਿਆ ਵਿਭਾਗ ਦੀਆਂ 2 ਕਮੇਟੀਆਂ ਨੇ, ਇੱਕ ਹੈ GCC, ਇੱਕ ਹੈ CISA। ਇਹ ਦੋਵੇਂ ਕਮੇਟੀਆਂ ਨੇ ਜਿਹੜੀਆਂ ਅਮਰੀਕਾ ਦੀ ਚੋਣ ਪ੍ਰਣਾਲੀ ਦੀ ਸੁਰੱਖਿਆ ਦੇ ਵਾਸਤੇ ਕੰਮ ਕਰਦੀਆਂ ਨੇ, ਮੁਸਤੈਦ ਰਹਿੰਦੀਆਂ ਨੇ। ਇਹਨਾਂ ਦੋਵੇਂ ਕਮੇਟੀਆਂ ਦੇ ਵੱਲੋਂ ਸਾਂਝੇ ਤੌਰ ਤੇ ਇੱਕ ਬਿਆਨ ਜਾਰੀ ਕੀਤਾ ਗਿਆ। ਬਿਆਨ ਦੇ ਵਿੱਚ ਆਖਿਆ ਗਿਆ ਕਿ ਵੋਟਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਹੋਣ ਨੂੰ ਅਸੀਂ ਰੱਦ ਕਰਦੇ ਹਾਂ। ਬਿਆਨ ਦੇ ਵਿੱਚ ਕਿਹਾ ਗਿਆ ਕਿ ਜਦੋਂ ਸੂਬਿਆਂ ਵਿੱਚ ਵੋਟਾਂ ਵਿੱਚ ਥੋੜਾ ਫਰਕ ਹੋਵੇ ਤਾਂ ਜ਼ਿਆਦਾਤਰ ਵੋਟਾਂ ਦੀ ਗਿਣਤੀ ਦੁਬਾਰਾ ਹੁੰਦੀ ਹੈ। ਪਰ 2020 ਦੀ ਇਸ ਰਾਸ਼ਟਰਪਤੀ ਚੋਣ ਦੇ ਵਿੱਚ ਕਰੀਬੀ ਨਤੀਜਿਆਂ ਵਾਲੇ ਸੂਬਿਆਂ ਦੇ ਵਿੱਚ ਹਰੇਕ ਵੋਟ ਦਾ ਕਾਗਜ਼ੀ ਰਿਕਾਰਡ ਕਹਿੰਦੇ ਸਾਡੇ ਕੋਲ ਮੌਜੂਦ ਹੈ। ਜੇਕਰ ਲੋੜ ਪਵੇ ਤਾਂ ਦੁਬਾਰਾ ਗਿਣਤੀ ਇਕੱਲੀ ਵੋਟ ਦੀ ਕੀਤੀ ਜਾ ਸਕਦੀ ਹੈ। ਇਹ ਸੁਰੱਖਿਆ ਵਾਸਤੇ ਲਾਹੇਵੰਦ ਪ੍ਰਕਿਰਿਆ ਹੈ। ਪਰ ਕਿਸੇ ਦੀ ਗਲਤ ਸ਼ਨਾਖਤ ਤੇ ਦਰੁਸਤੀ ਕੀਤੀ ਜਾਵੇ। ਉਹ ਕਹਿੰਦੇ ਜੇ ਕੋਈ ਸਬੂਤ ਹੋਵੇ ਵੀ ਕਿਸੇ ਵੀ ਵੋਟਿੰਗ ਪ੍ਰਣਾਲੀ ਦੇ ਵਿੱਚ ਵੋਟਾਂ ਮਟਾਈਆਂ ਗਈਆਂ ਹੋਣ, ਬਦਲੀਆਂ ਗਈਆਂ ਹੋਣ, ਗੁਆਚੀਆਂ ਹੋਣ, ਧਾਂਦਲੀ ਕੀਤੀ ਹੋਵੇ, ਕੋਈ ਸਮਝੌਤਾ ਹੋਇਆ ਹੋਵੇ ਤਾਂ ਸਾਡੇ ਸਾਹਮਣੇ ਲਿਆਵੋ। ਕਹਿੰਦੇ ਸਾਨੂੰ ਹਾਲੇ ਤੱਕ ਇਹ ਤਾਂ ਆਖੀ ਜਾ ਰਹੇ ਨੇ ਕਿ ਹੇਰਾਫੇਰੀ ਹੋਈ ਹੈ, ਹੇਰਾਫੇਰੀ ਹੋਈ ਹੈ, ਪਰ ਸਬੂਤ ਹਾਲੇ ਤੱਕ ਕੋਈ ਵੀ ਨਹੀਂ। ਇਹ ਸਾਰੇ ਦਾਅਵੇ ਕਹਿੰਦੇ ਨਿਰ ਆਧਾਰ ਨੇ। ਉਹ ਕਹਿੰਦੇ ਅਸੀਂ ਦੋਵੇਂ ਏਜੰਸੀਆਂ ਨੇ ਕਿਹਾ ਕਿ ਯਕੀਨ ਦਿਵਾਉਂਦੇ ਹਾਂ ਕਿ ਸਾਡੀਆਂ ਚੋਣਾਂ ਦੀ ਸੁਰੱਖਿਆ ਤੇ ਇਮਾਨਦਾਰੀ ਦੇ ਵਿੱਚ ਸਾਨੂੰ ਵੀ ਭਰੋਸਾ ਹੈ ਅਤੇ ਅਮਰੀਕਾ ਦੇ ਲੋਕਾਂ ਨੂੰ ਵੀ ਭਰੋਸਾ ਹੋਣਾ ਚਾਹੀਦਾ। ਸੋ ਹੁਣ ਜੇਕਰ ਰਾਸ਼ਟਰਪਤੀ ਟਰੰਪ ਦੇ ਇਹਨਾਂ ਦਾਅਵਿਆਂ ਨੂੰ ਜਿਹੜੀਆਂ 2 ਏਜੰਸੀਆਂ ਨੇ ਪੂਰੀ ਸਮੁੱਚੀ ਚੋਣ ਪ੍ਰਕਿਰਿਆ ਨੂੰ ਸੰਭਾਲਿਆ ਹੋਇਆ, ਅੱਖ ਰੱਖੀ ਹੋਈ ਹੈ, ਉਹਨਾਂ ਦੇ ਅਧੀਨ ਹੈ, ਜੇ ਉਹ ਇਹਨਾਂ ਦੇ ਦਾਅਵਿਆਂ ਨੂੰ ਖਾਰਜ ਕਰ ਰਹੀਆਂ ਨੇ, ਹਾਲਾਂਕਿ ਰਾਸ਼ਟਰਪਤੀ ਹਾਲੇ ਟਰੰਪ ਹੀ ਹੈ, ਫਿਰ ਟਰੰਪ ਸਾਹਿਬ ਨੂੰ ਸੋਚਣ ਦੀ ਜ਼ਰੂਰਤ ਹੈ। ਹੁਣ ਕੋਵਿਡ-19 ਦੀ ਗੱਲ ਕਰਦੇ ਹਾਂ। ਕੋਵਿਡ-19 ਦੁਨੀਆ ਭਰ ਦੇ ਵਿੱਚ ਦੁਬਾਰਾ ਖਤਰਨਾਕ ਤਰੀਕੇ ਨਾਲ ਵਧ ਰਿਹਾ ਹੈ। ਕੈਨੇਡਾ ਦੇ ਸਾਡੇ ਆਪਣੇ ਇਸ ਬ੍ਰਿਟਿਸ਼ ਕੋਲੰਬੀਆ ਦੇ ਸੂਬੇ ਵਿੱਚ ਵੀ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਬਹੁਤ ਸਾਰੇ ਹੋਰ ਮੁਲਕ ਨੇ, ਯੂਰਪ ਦੇ ਵਿੱਚ, ਇਟਲੀ ਵਿੱਚ ਵੀ, ਇੰਗਲੈਂਡ ਵਿੱਚ ਵੀ ਬਹੁਤ ਸਾਰੀਆਂ ਥਾਵਾਂ ਤੋਂ ਇਸੇ ਤਰ੍ਹਾਂ ਦੀਆਂ ਲਗਭਗ ਖਬਰਾਂ ਮਿਲ ਰਹੀਆਂ ਨੇ। ਅਮਰੀਕਾ ਦੇ ਵਿੱਚ ਸਭ ਤੋਂ ਵੱਧ ਮਾਰੂ ਇਹ ਭਿਆਨਕ ਸਾਬਤ ਹੋਇਆ ਤੇ ਸਭ ਤੋਂ ਵੱਧ ਜੇਕਰ ਕੇਸ ਕਿਤੇ ਪੂਰੀ ਦੁਨੀਆ 'ਚੋਂ ਰਜਿਸਟਰਡ ਹੋਇਆ ਤਾਂ ਉਹ ਅਮਰੀਕਾ ਮੁਲਕ ਸੀ ਜਿਸ ਦੇ ਵਿੱਚ ਸਭ ਤੋਂ ਵੱਧ ਕੋਵਿਡ ਦੀ ਮਾਰ। ਸ਼ਾਇਦ ਇਹੀ ਵਜ੍ਹਾ ਇੱਕ ਰਹੀ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਹਾਰ ਦਾ ਵੀ ਮੂੰਹ ਦੇਖਣਾ ਪਿਆ। ਹੁਣ ਖਬਰ ਮਿਲ ਰਹੀ ਹੈ ਕਿ ਅਮਰੀਕਾ ਦੇ 3 ਸੂਬੇ ਜਿਨ੍ਹਾਂ ਵਿੱਚ ਕੈਲੀਫੋਰਨੀਆ, ਓਰੇਗਨ, ਵਾਸ਼ਿੰਗਟਨ, ਇਹ ਤਿੰਨੋਂ ਹੀ ਇੱਕ ਦੂਸਰੇ ਨਾਲ ਲੱਗਦੇ ਹੈ। ਵਾਸ਼ਿੰਗਟਨ ਦੇ ਨਾਲ ਓਰੇਗਨ, ਓਰੇਗਨ ਦੇ ਨਾਲ ਕੈਲੀਫੋਰਨੀਆ, ਤਿੰਨਾਂ ਹੀ ਸੂਬਿਆਂ ਦੇ ਵਿੱਚ ਕਰੋਨਾ ਵਾਇਰਸ ਤੇ ਇੱਕ ਵਾਰ ਫਿਰ ਤੋਂ ਮਾਮਲੇ ਵਧ ਰਹੇ ਹੈ। ਇਹਨਾਂ ਦੇ ਮੱਦੇਨਜ਼ਰ ਆਮ ਨਾਗਰਿਕਾਂ ਲਈ ਯਾਤਰਾ ਸੰਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹੈ। ਕੈਲੀਫੋਰਨੀਆ ਦੇ ਗਵਰਨਰ ਨੇ ਵੀ ਆਖਿਆ ਹੈ, ਓਰੇਗਨ ਅਤੇ ਵਾਸ਼ਿੰਗਟਨ ਦੇ ਗਵਰਨਰ ਨੇ ਵੀ ਇਹ ਨਿਯਮ ਲਾਗੂ ਕਰ ਦਿੱਤੇ ਹੈ। ਕੈਲੀਫੋਰਨੀਆ ਦੇ ਗਵਰਨਰ ਨੇ ਮਿਸਟਰ ਗੈਵਿਨ, ਉਹਨਾਂ ਦੇ ਦਫ਼ਤਰ ਨੇ ਜਾਣਕਾਰੀ ਦਿੱਤੀ ਹੈ ਕਿ ਨਵੇਂ ਨਿਯਮਾਂ ਦੇ ਮੁਤਾਬਕ ਕਿਸੇ ਵੀ ਵਿਅਕਤੀ ਨੂੰ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੀ ਅਸੀਂ ਅਪੀਲ ਕਰਦੇ ਹਾਂ ਕਿ ਗੈਰ ਜ਼ਰੂਰੀ ਯਾਤਰਾ ਕੀਤੀ ਨਾ ਜਾਵੇ। ਉਹ ਕਹਿੰਦੇ ਸਾਡੇ ਮੁਲਕ ਦੇ ਜਾਂ ਕਿਸੇ ਹੋਰ ਸੂਬੇ ਤੋਂ ਜੇਕਰ ਕੋਈ ਵਿਅਕਤੀ ਆਉਂਦਾ, ਤਿੰਨੇ ਸੂਬਿਆਂ ਵਿੱਚ ਆਉਣ ਵਾਲੇ ਲੋਕਾਂ ਨੂੰ ਜ਼ਰੂਰੀ ਤੌਰ ਤੇ 14 ਦਿਨਾਂ ਦਾ ਇਕਾਂਤਵਾਸ ਰਹਿਣਾ ਪਏਗਾ। ਕਹਿੰਦੇ ਲੋਕਾਂ ਨੂੰ ਅਸੀਂ ਆਖ ਰਹੇ ਹਾਂ ਕਿ ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਨਹੀਂ ਤਾਂ ਇਹ ਤਿੰਨੇ ਹੀ ਸੂਬਿਆਂ ਦੇ ਵਿੱਚ ਨਾ ਆਇਆ ਜਾਵੇ। ਤੇ ਤਿੰਨੋਂ ਹੀ ਸੂਬਿਆਂ ਨੇ ਸਲਾਹ ਦਿੱਤੀ ਹੈ ਕਿ ਸਿਰਫ ਜ਼ਰੂਰੀ ਕੰਮ, ਪੜ੍ਹਾਈ ਅਤੇ ਸਿਹਤ ਸੰਬੰਧੀ ਕੋਈ ਜ਼ਰੂਰੀ ਕੰਮ ਹੋਵੇ ਤਾਂ ਆਪਣੇ ਘਰਾਂ ਤੋਂ ਬਾਹਰ ਨਿਕਲੋ।
ओरेगन के गवर्नर ने मिस्टर कैट ब्राउन ने कहा कि जेकर करोना वायरस के प्रसार नूं आपां हुण ना रोकिया, आपां स्थिति ना संभाली, आपां सावधानियां ना वरतियां तां बेहद खराब स्थिति वल आपां वध सकदे हां। जिक्रयोग है कि आ तिन्ने ही सूबियां दे विच कोविड-19 के मरीजों की गिणती लगातार वध रही है तो यह महामारी भयानक रूप धारण कर रही है। ये पहली बारी होया कि अमरीका के किसी सूबे ने इस तरह की एडवाइजरी जारी की होवे कि 14 दिन तुहानूं जेकर तुसीं भावें किसी होर स्टेट विचों भी आउंदे हो, विदिन अमरीका ही तुसीं यात्रा करते हो, गैर जरूरी यात्रा करने वाले ते 14 दिन की आइसोलेशन वाला कानून हुण इन्हां सूबियां 'च लागू होएगा। दोस्तों, बीते दिन भी तुहाडे नाल खबर साझी कीती सी कि इनफोर्समेंट डायरैक्टोरेट ने कैप्टन अमरिंदर सिंह के पुत्र रणिंदर सिंह पोतरे ते पोतरियां दे नाम सम्मन भेजे सी ते हुण एक बार फिर रणिंदर सिंह नूं ईडी ने 19 नवंबर वाले दिन जलंधर वाले दफ्तर दे विच तलब कर लिया। जानकारी मिली है कि ईडी वालों भेजे गए समना दे विच रणिंदर नूं खाली हथ नहीं, नाल लोड़ींदे सबूत दस्तावेज लियाउण वास्ते भी आख्या। इस तो पहला रणिंदर सिंह नूं 27 अक्तूबर नूं फिर 6 नवंबर नूं तलब किया गया सी, पर रणिंदर सिंह ने अपने वकील जयवीर शेरगिल राही ईडी दफ्तर नूं सूचित किया सी। पहली बारी वो तां नहीं सीगा कि मैं ओलंपिक खेडां लई होण वाली मीटिंग दे विच जाना है। 6 नवंबर की पेशी दे विच रणिंदर दे वकील जयवीर ने दस्सिया सी कि रणिंदर सिंह नूं बुखार है, उन्हां दा कोरोना टैसट होया अते वो इस वक्त रिपोर्ट की उड़ीक कर रहे हैं ਅਤੇ ਡਾਕਟਰਾਂ ਨੇ ਉਹਨਾਂ ਨੂੰ एकांतवास रहण की सलाह दी है। ਹੁਣ ਵੇਖਦੇ ਹਾਂ कि दो ਥਾਵਾਂ ਤੇ ਤਾਂ 2 ਵਾਰ ਤਾਂ ਉਹ ਇਹ ਬਹਾਨਾ ਕਹਿ ਲਓ ਜਾਂ ਅਸਲ ਕਾਰਨ ਦੱਸ ਚੁੱਕੇ ਹੈ ਕਿ ਆ ਤੀਸਰੀ ਵਾਰ ਜਦੋਂ ਈਡੀ ਨੇ ਜਲੰਧਰ ਵਾਲੇ ਦਫ਼ਤਰ ਦੇ ਵਿੱਚ ਸੱਦਿਆ ਤੇ ਨਾਲ ਜ਼ਰੂਰੀ ਦਸਤਾਵੇਜ਼ ਲਿਆਉਣ ਦੀ ਹਦਾਇਤ ਕੀਤੀ ਹੈ ਕਿ रणिंदर ਹੁਣ ਤੀਸਰੀ ਵਾਰ ਵੀ ਪਹੁੰਚਦੇ ਨੇ ਜਾਂ ਫਿਰ ਕਿਸੇ ਕਾਰਨ ਦਾ ਬਹਾਨਾ ਬਣਾ ਕੇ ਈਡੀ ਤੋਂ ਹਾਲੇ ਵੀ ਕਿਨਾਰਾ ਕਰਦੇ ਆ। ਇਹ ਆਉਣ ਵਾਲਾ ਸਮਾਂ ਦੱਸੇਗਾ। ਹੁਣ कैप्टन अमरिंदर सिंह के परिवार की गल चल रही है। आम तौर पर लोगों के विच कैप्टन अमरिंदर सिंह के बाबत यह धारणा बनी हुई है कि कैप्टन अमरिंदर सिंह का काम करने का अपना स्टाइल है, वो बहुते लोगों को नहीं मिलते। इत्थों तक भी कई बार लोग आखते हैं कि वो तो चुने हुए विधायकों नहीं कई बार मिलते, समा नहीं देंगे, अपने तरीके नाल काम करते हैं। बहुत सारे आला अफसरां नूं छेती मिलते नहीं। पर आह खबर सुन के शायद तुहानूं लगू कि जां तुसीं गलत सी ਜਾਂ खबरां गलत सुनिया ਜਾਂ ਇਹ ਧਾਰਨਾ गलत सी, क्योंकि मुख मंत्री कैप्टन अमरिंदर सिंह भावें चुने हुए नुमाइंदियां नूं ना मिलन, अफसरां नूं ना मिलन, आम लोकां नूं ना मिलन, पर कैप्टन अमरिंदर सिंह अते उन्हां दी घरवाली परनीत कौर ने चंडीगढ़ जिहड़ी उन्हां दी रहायश है उचेचे तौर ते टिकटॉक स्टार ਨੂਰ ते उन्हां दी भैण जशनप्रीत कौर नाल उचेचे तौर ते दिवाली तो एक दिन पहलां मुलाकात भी की, दिवाली ਦੀਆਂ शुभकामनावां भी दित्तियां, उन्होंने मिठाइयां भी दित्तियां। असल दे विच मैनूं लगदा है कि कैप्टन अमरिंदर सिंह नूर दे फैन ने, क्योंकि रखड़ी मौके भी नूर नूं उन्होंने मुलाकात का समा दिता सी, पर उस वक्त नूर ने सेहत ना ठीक होने कारण मिल नहीं सी सकी, दस्सिया सी कि मैं आ नहीं सकती। पर हुण मिली है जानकारी कि इस प्रसिद्ध बाल कलाकार नूरप्रीत, उन्हां दी भैण जशनप्रीत कौर, उन्हां दे नाल मुख मंत्री ते उन्हां दी घरवाली परनीत कौर ने खुल के गल्लां भी कीतियां, हासा ठट्ठा भी कीता, मिठाइयां भी दित्तियां, दिवाली ਦੀਆਂ मुबारकां भी दित्तियां। हुण ये मोगा जिले के पिंड भिंडर कलां दी वसनीक है नूर दी भैण, उन्हां दे नाल सुखदीप सिंह ते वरणदीप उचेचे तौर ते मुख मंत्री नूं दिवाली तो एक दिन पहलां मिल के आए है। हुण फिर जे तुसीं कहिंदे सी कि भाई मुख मंत्री मिलदे नहीं, आ देख लो खुला समय मुख मंत्री कोले, नाले कोविड तो है नहीं, आम ही लोगों को कहते कि घट मिलिया जाए। हुण मुख मंत्री कैप्टन अमरिंदर सिंह लोगों को मैनूं लगदा मिलन लग पे ने, चोणां नेड़े ने। सो अगली खबर, जमीन ने बहुत सारे घर उजाड़े है, कचहरियां च मेले लवाउंदी है। जिला गुरदासपुर का पिंड कलेर खुर्द दे विचों बड़ी मंदभागी खबर मिल रही है, वह भी दिवाली तो पहलां। ये जिहड़ी घटना वापरी है, 2 धड़ियां दे विचकार जमीन नूं लैके झगड़ा होया, गोली चली, जिस कारण 2 सके भरावां की मौत हुई है अते इसे ही परिवार के कई व्यक्ति कई मैंबर जख्मी हो गए ने। जानकारी अनुसार अमरीक सिंह अते हरभजन सिंह सके भरा सी। जदों कणक की बिजाई करने वास्ते पहुंचे तो विरसा सिंह जिहड़े सेवा मुक्त फौजी है, रिटायर्ड फौजी है,
ਆਪਣੇ ਪੁੱਤਰ ਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਉਹਨਾਂ ਦੇ ਖੇਤਾਂ ਵਿੱਚ ਜਾ ਵੜਿਆ। ਖੇਤਾਂ ਵਿੱਚ ਜਾ ਕੇ ਉੱਥੇ ਝਗੜਾ ਸ਼ੁਰੂ ਹੋ ਗਿਆ। ਵਿਰਸਾ ਸਿੰਘ ਕੋਲ ਜਾਣਕਾਰੀ ਅਨੁਸਾਰ 12 ਬੋਰ ਦੀ, ਜਦੋਂ ਕਿ ਉਹਨਾਂ ਦੇ ਬੇਟੇ ਜੋਬਨਪ੍ਰੀਤ ਕੋਲ ਪਿਸਤੌਲ ਦੱਸਿਆ ਜਾ ਰਿਹਾ ਹੈ। ਇਹਨਾਂ ਦੋਵਾਂ ਨੇ ਅਮਰੀਕ ਸਿੰਘ ਤੇ ਹਰਭਜਨ ਸਿੰਘ ਤੇ ਗੋਲੀਆਂ ਭਰਾਈਆਂ, ਜਿਸ ਦੇ ਕਾਰਨ ਜਾਣਕਾਰੀ ਅਨੁਸਾਰ ਦੋਵੇਂ ਸਕੇ ਭਰਾਵਾਂ ਦੀ ਮੌਕੇ ਤੇ ਮੌਤ ਹੋ ਗਈ। ਹੁਣ ਤੂੰ ਮੈਂ ਹੋਈ ਝਗੜਾ ਵਧਿਆ ਦੇਖ ਕੇ ਪਿੰਡ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਉਹ ਵੀ ਪਹੁੰਚ ਗਏ ਤੇ ਗੋਲੀਆਂ ਦੀ ਵਾਛੜ ਉਹਨਾਂ ਤੇ ਵੀ ਕਰ ਦਿੱਤੀ, ਪਰ ਉਹ ਬਚ ਗਏ, ਜ਼ਖਮੀ ਹੋ ਗਏ ਤੇ ਇਹਨਾਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ। ਜਿੰਨੀ ਕੁ ਜਾਣਕਾਰੀ ਮਿਲ ਸਕੀ ਆ ਉਹਦੇ ਮੁਤਾਬਕ ਇਹ ਜ਼ਮੀਨ ਇਸ ਸਾਬਕਾ ਫੌਜੀ ਦੇ ਭਰਾ ਨੇ ਗੋਲੀਬਾਰੀ ਵਿੱਚ ਮਰਨ ਵਾਲੇ ਭਰਾਵਾਂ ਨੂੰ ਵੇਚ ਦਿੱਤੀ ਸੀ ਅਤੇ ਇਸ ਜ਼ਮੀਨੀ ਝਗੜੇ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਤੇ ਝਗੜਾ ਇਹ ਕੋਈ ਨਵਾਂ ਨਹੀਂ, 3 ਦਹਾਕਿਆਂ ਤੋਂ ਵੱਧ ਪੁਰਾਣਾ ਇਹ ਝਗੜਾ ਦੱਸਿਆ ਜਾ ਰਿਹਾ ਹੈ। ਸਾਬਕਾ ਫੌਜੀ ਦੇ 5 ਪਰਿਵਾਰਕ ਮੈਂਬਰ ਨੇ ਜਿਨ੍ਹਾਂ ਦੇ ਉੱਤੇ ਕੇਸ ਦਰਜ ਕਰ ਲਿਆ ਗਿਆ। ਜ਼ਖਮੀਆਂ ਦੇ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਹੁਣ ਜੇਕਰ ਅਦਾਲਤ ਦੇ ਵਿੱਚ ਪਹਿਲਾਂ ਹੀ ਇਹ ਕੇਸ ਚੱਲ ਰਿਹਾ ਤਾਂ ਆਪਣੇ ਆਪ ਦੇ ਵਿੱਚ ਇਹ ਮਾਮਲਾ ਹੈਰਾਨੀਜਨਕ ਹੈ, ਪਰ ਇਹ ਕਿਹੜਾ ਕੋਈ ਪਹਿਲਾਂ ਹੋਇਆ? ਵੱਟਾਂ ਪਿੱਛੇ, ਬੰਨਿਆਂ ਪਿੱਛੇ ਪਹਿਲਾਂ ਵੀ ਲੜਾਈਆਂ ਹੁੰਦੀਆਂ ਰਹੀਆਂ ਨੇ, ਜ਼ਮੀਨ ਉੱਥੇ ਹੀ ਰਹਿ ਜਾਂਦੀ ਹੈ। ਹੁਣ ਉਹ ਭਾਵੇਂ ਮੌਕੇ ਤੋਂ ਵਿਰਸਾ ਸਿੰਘ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਦੱਸਿਆ ਜਾ ਰਿਹਾ ਹੈ, ਪਰ ਕਾਨੂੰਨ ਕਿੰਨੀ ਕੁ ਦੇਰ ਉਹਨਾਂ ਨੂੰ ਅੱਖੋਂ ਲਾਂਭੇ ਕਰਕੇ ਰੱਖੇਗਾ? ਇੱਕ ਨੂੰ ਇੱਕ ਦਿਨ ਗ੍ਰਿਫਤਾਰ ਹੋਣਗੇ। ਕਤਲ ਦਾ ਮੁਕੱਦਮਾ ਦਰਜ ਹੋ ਗਿਆ। ਕਤਲ ਦੇ ਮੁਕੱਦਮੇ ਦੇ ਵਿੱਚ ਜ਼ਮੀਨ ਉੱਥੇ ਰਹਿਣੀ ਹੈ ਤੇ ਆਪ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣਗੇ। ਅਗਲੀ ਖਬਰ, ਇਹ ਵੀ ਕੋਈ ਚੰਗੀ ਖਬਰ ਨਹੀਂ। ਇੱਕ ਪਾਸੇ ਸਮੁੱਚਾ ਆਲਮ ਦੀਵਾਲੀ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਸੀ, ਪਰ 2 ਕਿਸਾਨ ਧਰਨਿਆਂ ਤੇ ਬੈਠੇ ਦਮ ਤੋੜ ਗਏ ਹੈ। ਕਿਸਾਨਾਂ ਨੇ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਕਾਲੀ ਦੀਵਾਲੀ ਮਨਾਈ ਹੈ। ਬੀਬੀਆਂ ਉੱਥੇ ਧਰਨੇ ਤੇ ਬੈਠੀਆਂ ਆਖ ਰਹੀਆਂ ਸੀ, ਕਹਿੰਦੇ ਦੀਵਾਲੀ ਨੂੰ ਘਰੇ ਕੀ ਕਰਨ ਜਾਣਾ? ਤਿਉਹਾਰ ਫੇਰ ਹੀ ਚੰਗੇ ਲੱਗਦੇ ਆ ਜੇ ਸੁੱਖ ਸ਼ਾਂਤ ਹੋਵੇ। ਜਦੋਂ ਸਾਡੀਆਂ ਜ਼ਮੀਨਾਂ ਸਾਡੇ ਕੋਲੋਂ ਖੋਹੀਆਂ ਜਾ ਰਹੀਆਂ ਨੇ, ਇਹ ਸਾਡੇ ਵਾਸਤੇ ਦੀਵਾਲੀ ਕੀ ਮਾਇਨੇ ਰੱਖਦੀ ਹੈ? ਹੁਣ ਲੰਬੇ ਸਮੇਂ ਤੋਂ ਇਹਨਾਂ ਕਾਨੂੰਨਾਂ ਦੇ ਖਿਲਾਫ ਕਿਸਾਨ ਧਰਨਿਆਂ ਤੇ ਲਗਾਤਾਰ ਡਟੇ ਹੋਏ ਆ ਤੇ ਹੁਣ ਪਤਾ ਲੱਗ ਰਿਹਾ ਕਿ ਮਹਿਮੂ ਜੋਈਆ ਟੋਲ ਪਲਾਜ਼ਾ ਪੈਂਦਾ, ਇਹਦੇ ਤੇ ਬੀਤੇ 44-45 ਦਿਨਾਂ ਤੋਂ ਧਰਨੇ ਤੇ ਬੈਠਾ ਸੀ 60 ਕਵਰਿਆਂ ਦਾ ਇੱਕ ਕਿਸਾਨ ਬਲਦੇਵ ਰਾਜ, ਉਹਦੀ ਮੌਤ ਹੋਈ ਹੈ। ਫਿਰੋਜ਼ਪੁਰ ਰੋਡ ਤੇ ਮਾਮੂ ਜੋਈਆਂ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਇਸ ਧਰਨੇ ਦੇ ਦੌਰਾਨ ਬਲਦੇਵ ਰਾਜ ਦੀ ਅਚਾਨਕ ਸਿਹਤ ਵਿਗੜੀ ਅਤੇ ਉਸ ਤੋਂ ਬਾਅਦ ਉਸਦੇ ਸਾਥੀ ਜਲਾਲਾਬਾਦ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਹਨਾਂ ਨੂੰ ਲੈ ਗਏ, ਜਿੱਥੇ ਇਲਾਜ ਦੌਰਾਨ ਬੀਤੀ ਦੇਰ ਸ਼ਾਮ ਬਲਦੇਵ ਰਾਜ ਦੀ ਮੌਤ ਹੋ ਗਈ। ਉਹਨਾਂ ਦੀ ਮੌਤ ਤੋਂ ਬਾਅਦ ਕਿਸਾਨ ਆਗੂਆਂ ਨੇ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ। ਉਹਨਾਂ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੀ ਮੰਗ ਵੀ ਕੀਤੀ ਹੈ, ਕਰਜ਼ੇ ਦੇ ਉੱਤੇ ਲਕੀਰ ਮਾਰਨ ਦੀ ਮੰਗ ਵੀ ਕੀਤੀ ਹੈ ਤੇ ਨਾਲ ਧਰਨਾ ਵੀ ਸ਼ੁਰੂ ਕਰ ਦਿੱਤਾ। ਕਿਸਾਨ ਆਗੂ ਕਹਿੰਦੇ ਜਦੋਂ ਤੱਕ ਸੰਘਰਸ਼ੀ ਬਲਦੇਵ ਰਾਜ ਦੇ ਪਰਿਵਾਰ ਲਈ ਸਰਕਾਰ ਕੋਈ ਐਲਾਨ ਨਹੀਂ ਕਰਦੀ, ਉਦੋਂ ਤੱਕ ਬਲਦੇਵ ਰਾਜ ਦਾ ਅਸੀਂ ਸੰਸਕਾਰ ਨਹੀਂ ਕਰਾਂਗੇ। ਇਹ ਖਬਰ ਹਜੇ ਮਿਲ ਰਹੀ ਸੀ। ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਭਾਜਪਾ ਦੀ ਆਗੂ ਹੈ ਅਰਚਨਾ ਦੱਤ, ਬਰਨਾਲਾ ਦੇ ਵਿੱਚ ਉਹਨਾਂ ਦੀ ਰਿਹਾਇਸ਼ ਹੈ ਲੱਖੀ ਕਲੋਨੀ ਵਿੱਚ, ਉੱਥੇ ਇਹਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ। ਧਰਨੇ ਤੇ ਸ਼ਾਮਲ ਸੀ 72 ਕਵਰਿਆਂ ਦੇ ਕਿਸਾਨ ਜੋਰਾ ਸਿੰਘ ਪਿੰਡ ਸ਼ੇਖਾ, ਉਹਨਾਂ ਨੂੰ ਵੀ ਦਿਲ ਦਾ ਦੌਰਾ ਪਿਆ ਤੇ ਜਿਹੜਾ ਜਾਨਲੇਵਾ ਸਾਬਤ ਹੋਇਆ। ਜੋਰਾ ਸਿੰਘ ਦੀ ਜਿਹੜੀ ਲਾਸ਼ ਹੈ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਰੱਖ ਦਿੱਤੀ ਗਈ ਹੈ ਅਤੇ ਇੱਥੇ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਾਲਿਆਂ ਨੇ ਲਗਭਗ ਆਹੀ ਗੱਲ ਕੀਤੀ। ਉਹ ਕਹਿੰਦੇ ਮ੍ਰਿਤਕ ਦੇ ਵਾਰਸਾਂ ਨੂੰ 10 ਲੱਖ ਦਾ ਮੁਆਵਜ਼ਾ ਮਿਲੇ, ਪਰਿਵਾਰਕ ਮੈਂਬਰ ਲਈ ਸਰਕਾਰੀ ਪੱਕੀ ਨੌਕਰੀ ਮਿਲੇ, ਮੁਕੰਮਲ ਕਰਜ਼ਾ ਮੁਆਫੀ ਹੋਵੇ ਤੇ ਜਿੰਨੀ ਦੇਰ ਤੱਕ ਸਾਡੀਆਂ ਇਹ ਮੰਗਾਂ ਪੂਰੀਆਂ ਨਹੀਂ ਹੋਣਗੀਆਂ ਉਨੀ ਦੇਰ ਤੱਕ ਅਸੀਂ ਜੋਰਾ ਸਿੰਘ ਦਾ ਸੰਸਕਾਰ ਨਹੀਂ ਕਰਨਾ। ਸੋ ਦੋਸਤੋ, ਆ ਦੀਵਾਲੀ ਦੇ ਮੌਕੇ ਤੇ ਵੀ ਕੁਝ ਚੰਗੀਆਂ ਤੇ ਕੁਝ ਮੰਦੀਆਂ ਘਟਨਾਵਾਂ ਵਾਪਰੀਆਂ ਨੇ, ਪਰ ਖਬਰਾਂ ਤਾਂ ਖਬਰਾਂ ਨੇ। ਦੁੱਖ ਸੁੱਖ ਇਨਸਾਨ ਦੇ ਅੰਗ ਸੰਗ ਰਹਿੰਦੇ ਆ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੈ ਜਾਏ ਮਨੁੱਖ, ਗੁਰਬਾਣੀ ਵਿੱਚ ਵੀ ਫਰਮਾਨ ਹੈ। ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇੱਕ ਵਾਰ ਫਿਰ ਤੁਹਾਨੂੰ ਬੰਦੀ ਛੋੜ ਦਿਵਸ, ਦੀਵਾਲੀ ਅਤੇ ਵਿਸ਼ਵਕਰਮਾ ਡੇ ਦੀ ਮੁਬਾਰਕਬਾਦ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਭਰਾ।